ਸਿਮਰਤ ਗਰੇਵਾਲ ਵੱਲੋਂ ਆਪ ਸਭ ਨੂੰ ਸਤਿ ਸ੍ਰੀ ਅਕਾਲ ਜੀ। ਤੁਹਾਡੇ ਲਈ ਲੈ ਕੇ ਹਾਜ਼ਰ ਹਾਂ ਸਟਾਰ ਟਾਕ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ, ਹਰ ਹਫਤੇ ਤੁਹਾਡੇ ਲਈ ਨਵਾਂ ਐਪੀਸੋਡ ਲੈ ਕੇ ਹਾਜ਼ਰ ਹੁੰਦੇ ਹਾਂ ਸਟਾਰ ਟਾਕ ਦਾ, ਅਤੇ ਜਿਹੜੀਆਂ ਖਬਰਾਂ ਜਾਂ ਕੋਈ ਵਿਸ਼ਾ ਚਰਚਾ ਦੇ ਵਿੱਚ ਹੁੰਦਾ ਉਹਦੇ ਬਾਰੇ ਗੱਲਬਾਤ ਕਰਦੇ ਹਾਂ। ਇੱਕ ਜਿਹੜਾ ਵਿਸ਼ਾ ਲਗਾਤਾਰ ਚਰਚਾ ਦੇ ਵਿੱਚ ਹੈ ਪਿਛਲੇ 1.5 ਸਾਲ ਤੋਂ ਹੈ ਜੀ, ਕੋਵਿਡ ਦਾ। ਅਤੇ ਜੇ ਖਾਸ ਕਰ ਆਪਾਂ ਕੈਨੇਡਾ ਦੀ ਗੱਲ ਕਰੀਏ ਤਾਂ ਅਜੇ ਵੀ ਕੋਵਿਡ ਦਾ ਡਰ ਲਗਾਤਾਰ ਬਣਿਆ ਹੋਇਆ। ਜਿੱਥੇ ਕੈਨੇਡਾ ਵਿੱਚ, ਉੱਥੇ ਪੂਰੀ ਦੁਨੀਆ ਦੇ ਵਿੱਚ ਅਜੇ ਵੀ ਕੋਵਿਡ ਜਿਹੜਾ ਉਹ ਕਿਸੇ ਜਾਣ ਦਾ ਨਾਂ ਨਹੀਂ ਲੈ ਰਿਹਾ। ਭਾਵੇਂ ਕਿ ਵੱਖ-ਵੱਖ ਦੇਸ਼ਾਂ ਦੇ ਵਿੱਚ ਵੈਕਸੀਨ ਲਾਈ ਜਾ ਰਹੀ ਹੈ। ਬਹੁਤ ਸਾਰੇ ਦੇਸ਼ਾਂ ਦੇ ਵਿੱਚ ਵੈਕਸੀਨ 70-80% ਲੋਕਾਂ ਨੂੰ ਲਾ ਦਿੱਤੀ ਗਈ ਹੈ, ਕਈ 50% ਹੈ, ਜਿਵੇਂ ਕਿ ਹੁਣ ਆਪਾਂ ਕੈਨੇਡਾ ਦੀ ਗੱਲ ਕਰੀਏ। ਸੋ ਇਸੇ ਤਰ੍ਹਾਂ ਹੀ ਭਾਰਤ ਦੇ ਵਿੱਚ ਵੀ ਲਗਾਤਾਰ ਜਿਹੜੀ ਵੈਕਸੀਨ ਲਾਈ ਜਾ ਰਹੀ ਹੈ, ਪਰ ਕਿਹਾ ਇਹ ਜਾ ਰਿਹਾ ਵੀ ਅਜੇ ਨੇੜਲੇ ਭਵਿੱਖ ਵਿੱਚ ਕੋਵਿਡ ਕਿਤੇ ਜਾਣ ਵਾਲਾ ਨਹੀਂ। ਸੋ ਇਸ ਦੇ ਨਾਲ ਹੀ ਰਲਦੀਆਂ ਮਿਲਦੀਆਂ ਇੱਕ ਦੋ ਖਬਰਾਂ 'ਤੇ ਹੋਰ ਚਰਚਾ ਕਰਾਂਗੇ ਇਸ ਸਟਾਰ ਟਾਕ ਐਪੀਸੋਡ ਦੇ ਦੌਰਾਨ। ਅਤੇ ਇਸ ਚਰਚਾ ਵਿੱਚ ਸ਼ਾਮਲ ਹੋਣ ਲਈ ਮੇਰੇ ਨਾਲ ਅੱਜ ਸਟੂਡੀਓ ਵਿੱਚ ਹਾਜ਼ਰ ਨੇ ਹਰਕੀਰਤ ਜੀ। ਹਰਕੀਰਤ ਜੀ, ਤੁਹਾਡਾ ਸਵਾਗਤ ਹੈ ਜੀ। ਥੈਂਕ ਯੂ ਸੋ ਮਚ। ਅੱਛਾ ਹਰਕੀਰਤ ਜੀ, ਆਪਾਂ ਇੱਥੋਂ ਸ਼ੁਰੂ ਕਰਦੇ ਹਾਂ ਕੋਵਿਡ ਦੀ ਗੱਲ ਤੋਂ, ਕਿਉਂਕਿ ਕੋਵਿਡ ਲਗਾਤਾਰ ਅਜੇ ਵੀ ਚਰਚਾ ਵਿੱਚ ਹੈ। ਜਿੱਥੇ ਵੀ ਗੱਲ ਕਰ ਲਈਏ, ਖਬਰਾਂ ਪਹਿਲਾਂ ਕੋਵਿਡ ਦੀਆਂ ਹੀ ਹੁੰਦੀਆਂ ਨੇ। ਹਾਂਜੀ। ਸੋ ਜੇ ਆਪਾਂ ਗੱਲ ਕਰੀਏ ਕੈਨੇਡਾ ਦੀ, ਤਾਂ ਭਾਵੇਂ ਕਿ ਬੜੀ ਤੇਜ਼ੀ ਦੇ ਨਾਲ ਹੁਣ ਇੱਥੇ ਵੈਕਸੀਨੇਸ਼ਨ ਹੋ ਰਹੀ ਹੈ, ਅਤੇ ਇਹ ਵੀ ਹੁਣ ਕਿਹਾ ਜਾ ਰਿਹਾ ਜੀ ਵੀ ਜਿਹੜੀ ਦੂਸਰੀ ਡੋਜ਼ ਦੀ ਵੀ ਗੱਲ ਸ਼ੁਰੂ ਹੋ ਗਈ, ਕਿਉਂਕਿ ਲਗਾਤਾਰ ਅਲੱਗ-ਅਲੱਗ ਜਿਹੜੀਆਂ ਕੰਪਨੀਆਂ ਨੇ, ਖਾਸ ਕਰਕੇ ਫਾਈਜ਼ਰ ਤੋਂ ਵੱਡੀ ਗਿਣਤੀ ਦੇ ਵਿੱਚ ਜਿਹੜੀ ਵੈਕਸੀਨੇਸ਼ਨ ਹਰ ਹਫ਼ਤੇ ਆ ਰਹੀ ਹੈ। ਕਿਹਾ ਜਾ ਰਿਹਾ ਸਰਕਾਰ ਵੱਲੋਂ ਕਿ ਹਰ ਹਫ਼ਤੇ ਤਕਰੀਬਨ 2.5 ਮਿਲੀਅਨ ਡੋਸਿਸ ਜਿਹੜੀਆਂ ਫਾਈਜ਼ਰ ਦੀਆਂ ਆ ਰਹੀਆਂ ਨੇ ਕੈਨੇਡਾ ਵਿੱਚ। ਅਤੇ ਜਿਨ੍ਹਾਂ ਲੋਕਾਂ ਨੂੰ ਪਹਿਲੀ ਜਿਹੜੀ ਡੋਜ਼ ਲੱਗ ਚੁੱਕੀ ਹੈ, ਉਹ ਜਿਨ੍ਹਾਂ ਨੂੰ ਕਿਹਾ ਜਾ ਰਿਹਾ ਸੀਗਾ ਵੀ 2 ਤੋਂ 3 ਤੋਂ 4 ਮਹੀਨੇ ਲੱਗਣਗੇ, ਪਰ ਉਹਨਾਂ ਦਾ ਸਮਾਂ ਹੁਣ ਘਟਾਇਆ ਜਾ ਰਿਹਾ। ਅਤੇ ਪਹਿਲਾਂ ਤਾਂ ਆਪਾਂ ਇੱਥੇ ਗੱਲ ਸ਼ੁਰੂ ਕਰਦੇ ਹਾਂ ਵੀ ਤੁਹਾਨੂੰ ਕੀ ਲੱਗਦਾ, ਕਿਉਂਕਿ ਜਿਵੇਂ ਅਲੱਗ-ਅਲੱਗ ਸਰਕਾਰਾਂ ਆਪਣੇ ਦੇ ਰਹੀਆਂ ਨੇ ਬਿਆਨ ਵੀ ਅਸੀਂ ਸਤੰਬਰ ਤੱਕ ਸਾਰਾ ਕੁਛ ਨੋਰਮਲ ਕਰ ਦੇਣਾ, ਕੀ ਤੁਹਾਨੂੰ ਲੱਗਦਾ ਵੀ ਸਤੰਬਰ ਤੱਕ ਸਾਰਾ ਕੁਛ ਨੋਰਮਲ ਹੋ ਜਾਊ? ਸਿਮਰਤ ਜੀ, ਪਹਿਲਾਂ ਤਾਂ ਮੈਂ ਔਰ ਦਰਸ਼ਕਾਂ ਨਾਲ ਵੀ ਇੱਕ ਗੱਲ ਜ਼ਰੂਰ ਸਾਂਝੀ ਕਰਨੀ ਚਾਹੁੰਦਾ ਕਿ ਵੈਕਸੀਨ ਲੱਗਣਾ ਹਰ ਦੇਸ਼ ਦੇ ਵਿੱਚ ਅਲੱਗ-ਅਲੱਗ ਪਾਲਿਸੀਜ਼ ਨੇ, ਲੇਕਿਨ ਸਭ ਤੋਂ ਵੱਡੀ ਜਿਹੜੀ ਇਹਦੇ 'ਚ ਮੈਨੂੰ ਪ੍ਰੋਬਲਮ ਨਜ਼ਰ ਇਹ ਆਉਂਦੀ ਹੈ। ਮੈਂ ਕੱਲ੍ਹ ਹੀ ਰਿਪੋਰਟ ਪੜ੍ਹ ਰਿਹਾ ਸੀ, ਇੱਕ ਇੰਗਲੈਂਡ ਤੋਂ ਸਾਇੰਟਿਸਟ ਨੇ, ਜਿਹੜੇ ਡਾਕਟਰਸ ਨੇ, ਐਕਸਪਰਟਸ ਨੇ, ਉਹ ਇਹ ਕਹਿੰਦੇ ਨੇ ਕਿ ਜਿਹੜਾ 3rd ਵੇਰੀਐਂਟ, ਜਿਹੜਾ ਕਿ ਹੁਣ ਇੱਕ ਹੋਰ ਵੇਰੀਐਂਟ ਆਇਆ, ਮੈਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰ ਰਿਹਾ, ਉਹ ਵੀਅਤਨਾਮ ਤੋਂ ਸ਼ੁਰੂ ਹੋਇਆ ਜੀ। ਅੱਛਾ ਜੀ। ਵੀਅਤਨਾਮ ਔਰ ਇੰਡੀਆ ਦਾ ਵੇਰੀਐਂਟ ਜਿਹੜਾ ਮਿਲਾ ਕੇ ਉਹ ਇੰਡੀਆ 'ਚ ਫਾਊਂਡ ਹੋਇਆ, ਉਸ ਤੋਂ ਬਾਅਦ ਉਹ UK ਵਿੱਚ ਆਇਆ। ਠੀਕ ਹੈ। ਹੁਣ ਇਹ ਵੇਰੀਐਂਟ ਦੇ ਵਿੱਚ ਜਿੰਨੇ ਵੀ ਜਿਹੜੇ ਵੀ ਆਪਾਂ ਵੈਕਸੀਨ ਦੀ ਗੱਲ ਕਰ ਰਹੇ ਹਾਂ, ਇਹ ਸਭ ਤੋਂ ਖਤਰਨਾਕ ਵੇਰੀਐਂਟ ਹੈ ਜੀ, ਜਿਹੜਾ ਹੁਣ ਇਹ ਰੀਸੈਂਟ ਵੀਅਤਨਾਮ ਵਾਲਾ ਵੇਰੀਐਂਟ ਆਪਾਂ ਗੱਲ ਕਰਦੇ ਹਾਂ। ਸੋ ਇਹਦੇ ਵਿੱਚ ਉਹ ਇਹ ਕਹਿ ਰਹੇ ਨੇ ਕਿ ਇਹ ਵੇਰੀਐਂਟ ਦੇ ਅਗੇਂਸਟ ਹੁਣ ਅਸੀਂ ਟੈਸਟ ਕਰ ਰਹੇ ਹਾਂ ਕਿ ਜਿਹੜੇ ਵੀ ਵੈਕਸੀਨ ਹੈ ਨੇ ਉਹ ਕੰਮ ਕਰਨਗੇ ਜਾਂ ਨਹੀਂ ਕਰਨਗੇ। ਸੋ ਆਪਾਂ ਨੂੰ, ਮੈਨੂੰ ਅੰਦੇਸ਼ਾ ਸਿਰਫ ਇਸ ਗੱਲ ਦਾ ਜਿਹੜਾ ਡਰ ਇਹ ਹੈ ਕਿ ਅਸੀਂ ਸਾਰਾ ਕੁਝ ਸਹੀ ਚੱਲ ਰਿਹਾ ਹੈ, ਚਾਹੇ ਆਪਾਂ ਮਾਡਰਨਾ ਦੀ ਗੱਲ ਕਰੀਏ ਜਾਂ ਫਾਈਜ਼ਰ ਦੀ ਗੱਲ ਕਰੀਏ, ਕੈਨੇਡਾ ਵਿੱਚ ਦੋਨੇ ਇਹੀ ਵੈਕਸੀਨ ਲੱਗ ਰਹੇ ਹਨ, ਲੇਕਿਨ ਬਾਕੀ ਕੰਟਰੀ ਜਿਹੜੇ ਹਨ ਜਿਵੇਂ ਕਿ UK ਹੈ ਜਾਂ ਯੂਰਪ ਹੈ ਜਾਂ ਇੰਡੀਆ, ਉੱਥੋਂ ਦੇ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਵੈਕਸੀਨ ਨੇ ਉਹ ਅਲੱਗ ਸਰਕਾਰ ਲਾ ਰਹੀ ਹੈ। ਹਾਂਜੀ। ਸੋ ਇਹ ਸਾਰੀਆਂ ਚੀਜ਼ਾਂ ਦੇ ਅਗੇਂਸਟ ਜਿਹੜੀ ਮੇਨ ਚੀਜ਼ ਖੜੀ ਹੈ ਕਿ ਜਿਹੜਾ ਨਵੇਂ ਵੇਰੀਐਂਟ ਆਉਂਦੇ ਨੇ, ਹੁਣ ਇਹ ਨਵੇਂ ਵੇਰੀਐਂਟ ਆਪਾਂ ਜਿਹੜੇ ਫਸਟ ਫਿਊ ਵੇਰੀਐਂਟ ਹੈ ਸੀ, ਬਾਅਦ ਜਿਹੜੇ ਮਿਊਟੈਂਟ ਹੋਏ ਨੇ, ਮਿਊਟੇਸ਼ਨਸ ਹੋ ਕੇ ਬਾਹਰ ਆਈਆਂ ਨੇ, ਉਹਨਾਂ ਦੇ ਨਾਲ ਹਜੇ ਆਪਾਂ ਪੂਰੇ ਜਿਹੜੇ ਡਾਕਟਰਸ ਨੇ, ਐਕਸਪਰਟਸ ਨੇ, ਉਹ ਪੂਰੇ ਆਪਾਂ ਅਸ਼ੋਰ ਨਹੀਂ ਹੈ ਕਿ ਉਹ ਉਹਨਾਂ ਦੇ ਕੰਮ ਕਰੇਗਾ ਨਹੀਂ ਕਰੇਗਾ। ਠੀਕ ਹੈ। ਔਰ ਹਜੇ ਇੱਕ ਹੋਰ ਚੀਜ਼ ਮੈਂ ਰਿਪੋਰਟ ਪੜ੍ਹ ਰਿਹਾ ਸੀ, ਜਿਹੜੀ ਉਹ ਯੂਰਪ ਦੀ, ਇੰਗਲੈਂਡ ਤੋਂ ਡਾਕਟਰਸ ਜਿਹੜੇ ਨੇ ਕਹੀ ਸੀ ਕਿ ਹਜੇ ਜਿਹੜੇ ਉਦੋਂ ਵੀ ਜਿਹੜਾ ਨਵਾਂ ਵੇਰੀਐਂਟ ਜਿਹੜੇ ਆ ਸਕਦੇ ਨੇ ਉਹ ਅਫਰੀਕਾ ਤੋਂ ਆ ਸਕਦੇ ਨੇ। ਹਾਂਜੀ, ਜਿਹੜੇ ਅਫਰੀਕਾ ਤੋਂ ਜਿਹੜੇ ਵੇਰੀਐਂਟ ਆਉਣਗੇ, ਸੋ ਉਹ ਵੇਰੀਐਂਟ ਦੇ ਖਿਲਾਫ ਉਹ ਅਗੇਂਸਟ ਜਿਹੜਾ ਵੀ ਵੈਕਸੀਨ ਹੈ ਨੇ ਕਿ ਉਹ ਕਿੰਨਾ ਕੰਮ ਕਰਨਗੇ, ਕਿੰਨਾ ਕੁ ਫਾਇਦੇਮੰਦ ਹੋਣਗੇ ਉਸ ਚੀਜ਼ ਵਿੱਚ, ਉਹ ਦੇਖਣ ਵਾਲੀ ਗੱਲ ਹੈ। ਸੋ ਇਹ ਗੱਲ ਕਹਿ ਦੇਣਾ ਕਿ ਨਹੀਂ ਜੀ ਅਸੀਂ ਸਪਟੈਂਬਰ ਤੱਕ ਸਾਰਾ ਕੁਝ ਦੁਬਾਰਾ ਠੀਕ ਹੋ ਜਾਏਗਾ, ਖੋਲ੍ਹ ਦਾਂਗੇ, ਸਾਰਾ ਕੁਝ ਕਰ ਦਾਂਗੇ, ਸੋ ਇਹ ਇੱਕ ਐਂਟੀਸਪੇਸ਼ਨਸ ਨੇ। ਆਪਾਂ ਇੱਕ ਅੱਛੇ ਅੰਦੇਸ਼ੇ ਲੈ ਕੇ ਚੱਲ ਰਹੇ ਹਾਂ, ਆਪਾਂ ਪੋਜ਼ੀਟਿਵ ਇੱਕ ਉਮੀਦ ਲੈ ਕੇ ਚੱਲੇ ਹੋਏ ਹਾਂ ਕਿ ਸਾਰਾ ਕੁਝ ਠੀਕ ਹੋਏ, ਰੱਬ ਕਰੇ ਇੱਦਾਂ ਹੀ ਹੋਵੇ ਜਿੱਦਾਂ ਇਹ ਕਹਿ ਰਹੇ ਨੇ। ਲੇਕਿਨ ਇਹਦੇ ਬਾਵਜੂਦ ਸਾਨੂੰ ਇਹ ਚੀਜ਼ ਧਿਆਨ ਰੱਖਣ ਦੀ ਲੋੜ ਹੈ ਕਿ ਅਸੀਂ ਇਹਨੂੰ ਬਹੁਤ ਹਜੇ ਵੀ ਲਾਈਟਲੀ ਨਾ ਲਈਏ, ਖਾਸ ਕਰਕੇ ਜਿਹੜੇ 3rd ਵਰਲਡ ਕੰਟਰੀ ਨੇ, ਜਿੱਥੋਂ ਕਿ ਹੁਣ
ਵੇਰੀਐਂਟ ਆਉਣਗੇ ਸ਼ੁਰੂ ਹੋ ਰਹੀ ਹੈ, ਜਿਹੜੇ ਆਉਣਗੇ ਜਾਂ ਉੱਥੇ ਮਿਊਟੇਸ਼ਨਸ ਹੋ ਰਹੀਆਂ ਨੇ ਜ਼ਿਆਦਾ, ਇੱਥੇ ਇਹਨਾਂ ਕੰਟਰੀਜ਼ ਵਿੱਚ ਨਹੀਂ ਹੋ ਰਹੀਆਂ। ਯੂਰਪ ਵਿੱਚ ਹੁਣ ਤੁਹਾਨੂੰ ਦੇਖੋ ਕਿੰਨਾ ਕੁ ਮਤਲਬ ਕਿ ਇਸ ਚੀਜ਼ ਨੂੰ। ਅੱਛਾ, ਮੈਂ ਹਰਗੀਰਤ ਜੀ ਇਹਦੇ ਨਾਲ ਹੀ ਤੁਸੀਂ ਉਹਦੇ ਨਾਲ ਹੀ ਗੱਲ ਕਰਦੇ ਆ, ਤੁਸੀਂ ਕੀਤੀ ਵੀ ਜਿਹੜੀ ਥਰਡ ਵਰਲਡ ਕੰਟਰੀਜ਼ ਨੇ ਉੱਥੋਂ ਜ਼ਿਆਦਾ ਮਿਊਟੇਸ਼ਨ ਹੋ ਰਹੀ ਹੈ, ਤੇ ਨਾਲ ਹੀ ਚਾਈਨਾ ਦੀ ਜੇ ਆਪਾਂ ਗੱਲ ਕਰੀਏ, ਹੁਣ ਇੱਕ ਨਵੀਂ ਖਬਰ ਹੀ ਹੈ, ਹਜੇ ਤਾਂ ਉਹ ਸ਼ੁਰੂਆਤੀ ਦੌਰ ਤੇ ਹੀ ਹੈ, ਵੀ ਇੱਕ ਬਰਡ ਫਲੂ ਦੀ ਹੋਰ ਗੱਲ ਚੱਲ ਰਹੀ ਹੈ, ਵੀ ਸ਼ਾਇਦ ਚਾਈਨਾ ਤੋਂ ਇੱਕ ਹੋਰ ਬਰਡ ਫਲੂ ਆਉਣ ਦੀ ਗੱਲ ਹੈ। ਸੋ ਇਹ ਸਾਰੀਆਂ ਚੀਜ਼ਾਂ ਉਹਨਾਂ ਦੇਸ਼ਾਂ ਦੇ ਨਾਲ ਹੀ ਕਿਉਂ ਜੁੜੀਆਂ ਹੋਈਆਂ ਨੇ? ਕੀ ਤੁਹਾਨੂੰ ਕੀ ਲੱਗਦਾ ਉਹਦੇ ਪਿੱਛੇ ਕੀ ਕੋਈ ਮੁੱਖ ਕਾਰਨ ਹੋਊਗਾ? ਦੇਖੋ, ਜਿਹੜਾ ਬਰਡ ਫਲੂ ਹੁੰਦਾ ਨਾ, ਬਰਡ ਫਲੂ ਨਾਮ ਤੋਂ ਹੀ ਪਤਾ ਲੱਗਦਾ ਕਿ ਉਹ ਬਰਡ ਫਲੂ ਹੈ। ਉਹ ਬਰਡਸ ਵਿੱਚ ਖਾਸ ਕਰਕੇ ਜਿਹੜਾ ਚਿਕਨ ਉਹ ਵੀ ਬਰਡ ਹੈ, ਹੈ ਨਾ। ਇਸ ਤਰ੍ਹਾਂ ਡਕਸ ਨੇ, ਹੋਰ ਜਿਹੜੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਉਹਨਾਂ 'ਚ ਇਹ ਬਰਡ ਫਲੂ ਫੈਲ ਜਾਂਦਾ ਹੁੰਦਾ ਹੈ। ਠੀਕ ਹੈ, ਇਸ ਕਾਈਂਡ ਆਫ ਫਲੂ ਜਿੱਦਾਂ ਕਿ ਆਮ ਇਨਸਾਨ ਨੂੰ ਫਲੂ ਹੁੰਦਾ, ਉੱਦਾਂ ਬਰਡਸ ਨੂੰ ਫਲੂ ਹੁੰਦਾ ਹੈਗਾ, ਔਰ ਉਹ ਵੀ ਇੱਕ ਕੰਟੇਜੀਅਸ ਹੁੰਦਾ ਹੈਗਾ ਕਿ ਉਹ ਇੱਕ ਦੂਜੇ ਤੋਂ ਬਰਡ ਫੈਲਦਾ ਰਹਿੰਦਾ, ਇਸ ਗੱਲ ਦਾ ਹੁੰਦਾ। ਲੇਕਿਨ ਬਰਡ ਟੂ ਇਨਸਾਨ, ਹਿਊਮਨ ਬੀਇੰਗ ਟ੍ਰਾਂਸਫਰ ਹੋ ਜਾਂਦਾ ਹੈਗਾ, ਇਹ ਇੱਕ ਨਵੀਂ ਚੀਜ਼ ਹੁੰਦੀ ਹੈ। ਹੋ ਸਕਦਾ ਪਹਿਲਾਂ ਵੀ ਹੁੰਦਾ ਹੋਵੇ ਜਾਂ ਹੁੰਦਾ ਹੋਏਗਾ ਤਾਂ ਉਹਦੇ ਪ੍ਰੀਕਾਸ਼ਨਸ ਹੁੰਦੇ ਨੇ। ਲੇਕਿਨ ਜੇ ਆਹ ਵਾਲਾ ਜਿਹੜੀ ਗੱਲ ਕਰ ਰਹੇ ਨੇ ਕਿ ਨਵਾਂ ਜਿਹੜਾ ਪਹਿਲਾ ਕੇਸ ਜਿਹੜਾ ਹੈ ਉਹ ਬਰਡ ਫਲੂ ਇਨਸਾਨ ਦੇ ਵਿੱਚ ਆਉਣ ਦਾ ਨਜ਼ਰ ਆਇਆ ਹੈ, ਉਹ ਥੋੜਾ ਜਿਹਾ ਡਰਾਵਣਾ ਹੈ, ਡੇਂਜਰਸ ਹੈ। ਬਿਕੋਜ਼ ਜੇ ਕਿਤੇ ਉਹ ਸੇਮ ਚੀਜ਼ ਫੈਲ ਜਾਂਦੀ ਹੈ ਤਾਂ ਫਿਰ ਉਹਨੂੰ ਰੋਕਣਾ ਬੜਾ ਮੁਸ਼ਕਿਲ ਹੋ ਜਾਂਦਾ। ਬਿਕੋਜ਼ ਹੁਣ ਇਨਸਾਨਾਂ ਤੋਂ ਇਨਸਾਨ ਹੋ ਰਹੇ ਨੇ, ਅਸੀਂ ਸਮਝਾ ਸਕਦੇ ਹਾਂ, ਅਸੀਂ ਗੱਲਬਾਤ ਕਰ ਸਕਦੇ ਹਾਂ, ਉਹਦੇ ਅਸੀਂ ਪ੍ਰੀਕਾਸ਼ਨਸ ਲੈ ਸਕਦੇ ਹਾਂ, ਉਹਦੇ ਅਸੀਂ ਬਾਕੀ ਮੇਜਰਸ ਲੈ ਸਕਦੇ ਹਾਂ। ਲੇਕਿਨ ਜਦੋਂ ਬਰਡ ਵਿੱਚ ਆ ਜਾਏਗਾ ਫਿਰ ਸਾਡੇ ਕੋਲ ਕੋਈ ਇਹੋ ਜਿਹੀ ਚੀਜ਼ ਨਹੀਂ ਹੋਏਗੀ, ਬਹੁਤ ਜ਼ਿਆਦਾ ਉਹ ਇੱਕ ਡੇਂਜਰਸ ਚੀਜ਼ ਹੋ ਜਾਏਗੀ ਉਸ ਚੀਜ਼ ਨੂੰ। ਸੋ ਮੈਂ ਇਹ ਪ੍ਰੇ ਕਰਦਾ ਜਾਂ ਮੈਂ ਸਭ ਨੂੰ ਇਹ ਕਹਿਣਾ ਕਿ ਇਹ ਚੀਜ਼ ਨਾ ਹੋਵੇ ਤਾਂ ਬਹੁਤ ਵਧੀਆ ਗੱਲ ਹੈ। ਬਾਕੀ ਹਜੇ ਇਨੀਸ਼ੀਅਲ ਸਟੇਜਸ ਦੇ ਉੱਪਰ ਇਹ ਚੀਜ਼ ਜਿਹੜੀ ਹੈ ਖਬਰ ਹੈ, ਇਹਦੇ ਅੱਗੇ ਕਿਵੇਂ ਇਹਨੂੰ ਕੰਟਰੋਲ ਕੀਤਾ ਜਾਂਦਾ ਜਾਂ ਕਿਵੇਂ ਇਹ ਚੀਜ਼ ਹੋ ਸਕਦੀ ਹੈਗੀ ਹੈ, ਤਾਂ ਇਹ ਬਹੁਤ ਚੀਜ਼ ਦਾ ਧਿਆਨ ਰੱਖਣਾ ਪੈਣਾ ਹੈਗਾ। ਦੇਖੋ, ਹੁਣ ਜੇ ਆਪਾਂ ਕੋਵਿਡ ਦੀ ਗੱਲ ਕਰ ਰਹੇ ਹਾਂ, ਹੁਣ ਦੇਖੋ ਲਗਾਤਾਰ ਗੱਲ ਸ਼ੁਰੂ ਹੋ ਗਈ ਆ ਵੀ ਵੇਰੀਐਂਟ, ਨਵੇਂ ਤੋਂ ਨਵੇਂ ਵੇਰੀਐਂਟ ਆ ਰਹੇ ਨੇ। ਹੁਣ ਕੋਵਿਡ ਦੇਖੋ, ਅੱਜ ਤੋਂ 2 ਸਾਲ ਪਹਿਲਾਂ ਕਿਤੇ ਕੋਈ ਗੱਲ ਹੀ ਨਹੀਂ ਸੀ ਕੋਵਿਡ ਦੀ ਹੋ ਰਹੀ। ਇਹ ਤੁਹਾਨੂੰ ਕੀ ਲੱਗਦਾ ਵੀ ਜੇ ਕਿਉਂਕਿ ਹੁਣ ਇਹ ਬਹੁਤ ਜ਼ਿਆਦਾ ਚਰਚਾ ਦੇ ਵਿੱਚ ਹੈ, ਕਿਉਂਕਿ ਲੋਕਾਂ ਨੂੰ ਬਹੁਤ ਜ਼ਿਆਦਾ ਅਫੈਕਟ ਕਰ ਰਿਹਾ, ਇਸੇ ਕਰਕੇ ਹੁਣ ਨਵੇਂ ਵੇਰੀਐਂਟਾਂ ਦੀ ਵੀ ਗੱਲ ਸ਼ੁਰੂ ਹੋ ਗਈ ਕਿ ਆਲਰੇਡੀ ਪਹਿਲਾਂ ਵੀ ਕਿਤੇ ਸੀਗੇ ਇਹ ਇੱਥੇ? ਨਹੀਂ ਸਿਮਰਤ ਜੀ, ਦੇਖੋ ਤੁਸੀਂ ਜਿਵੇਂ ਹੁਣ ਗੱਲ ਕੀਤੀ ਹੈ ਕਿ ਤੁਸੀਂ ਪਹਿਲਾ ਕੁਐਸਚਨ ਪੁੱਛਿਆ ਸੀ ਸ਼ਾਇਦ ਮੇਰੇ ਤੋਂ ਕਿ ਇਹ ਥਰਡ ਵਰਲਡ ਕੰਟਰੀਜ਼ ਵਿੱਚੋਂ ਕਿਉਂ ਆ ਰਹੇ ਨੇ, ਠੀਕ ਹੈ ਨਾ, ਕਿਉਂ ਉੱਥੇ ਹੀ ਨਵੀਂ ਮਿਊਟੇਸ਼ਨਸ ਹੋ ਰਹੀਆਂ ਨੇ, ਕਿਉਂ ਇਹ ਸਭ ਚੀਜ਼ ਹੋ ਰਹੀ ਹੈ। ਦੇਖੋ ਸਿਮਰਤ ਜੀ, ਇੱਕ ਨਾ ਇੱਕ ਗਿਵ ਐਂਡ ਟੇਕ ਵਾਲਾ ਇੱਕ ਹਿਸਾਬ ਹੈ ਸਾਡਾ। ਜਿਹੜਾ ਮੈਥ ਹੈ ਨਾ, ਬੜਾ ਸਿੰਪਲ ਹੈ। ਨੇਚਰ ਦਾ ਮੈਥ ਵੀ ਬੜਾ ਸਿੰਪਲ ਹੈ। ਜੋ ਤੁਸੀਂ ਕਿਸੇ ਨੂੰ ਦਿੰਦੇ ਆ ਨਾ, ਉਹ ਤੁਹਾਨੂੰ ਵਾਪਸ ਜ਼ਰੂਰ ਮਿਲਦਾ ਹੈਗਾ ਇਸ ਚੀਜ਼ ਵਿੱਚ। ਸੋ ਨੇਚਰ ਨੇ ਵੀ ਸਾਡੇ ਨਾਲ ਉਹੀ ਗੱਲ ਕੀਤੀ ਹੈਗੀ ਹੈ। ਅਸੀਂ ਜੋ ਨੇਚਰ ਨੂੰ ਦਿੱਤਾ ਹੁਣ ਤੱਕ, ਉਹੀ ਸਾਨੂੰ ਵਾਪਸ ਕਰ ਰਹੀ ਹੈ ਨਾ ਉਹ। ਸੋ ਸ਼ਾਇਦ ਇਹਨਾਂ ਕੰਟਰੀਜ਼ ਵਿੱਚ ਅਸੀਂ ਕਿਤੇ ਨਾ ਕਿਤੇ ਨੇਚਰ ਨੂੰ ਪ੍ਰੀਜ਼ਰਵ ਕਰ ਰੱਖਿਆ ਸੀ, ਕਿਤੇ ਨਾ ਕਿਤੇ ਅਸੀਂ ਉਹਦਾ ਖਿਆਲ ਰੱਖ ਰਹੇ ਸੀ। ਸ਼ਾਇਦ ਉਹ ਸਾਨੂੰ ਉਹਨੇ ਮੋੜਿਆ ਵੀ ਉਹਨਾਂ ਘੱਟ ਤਰੀਕੇ ਨਾਲ ਮੋੜਿਆ। ਲੇਕਿਨ ਜਿਹੜੇ ਥਰਡ ਵਰਲਡ ਕੰਟਰੀਜ਼ ਨੇ, ਉੱਥੇ ਅਸੀਂ ਬਿਲਕੁਲ ਵੀ ਨੇਚਰ ਦਾ ਅਸੀਂ ਖਿਆਲ ਨਹੀਂ ਰੱਖਿਆ ਹੈਗਾ। ਕਿਉਂਕਿ ਉੱਥੇ ਮੈਂ ਤੁਹਾਡੀ ਗੱਲ ਵਿੱਚ ਹੀ ਕੱਟ ਰਿਹਾ, ਤਰੱਕੀ ਦੇ ਨਾਂ ਤੇ, ਦੇਸ਼ ਦੀ ਉન્નਤੀ ਦੇ ਨਾਂ ਤੇ ਲਗਾਤਾਰ ਜਿਹੜਾ ਕੁਦਰਤ ਦੇ ਨਾਲ ਖਿਲਵਾੜ ਹੋ ਰਿਹਾ, ਮੇਰੇ ਖਿਆਲ ਉਹਦਾ ਹੀ ਖਮਿਆਜਾ ਹੈ ਜੀ। ਬਿਲਕੁਲ ਉਹੀ ਗੱਲ ਹੈਗੀ ਹੈ ਕਿ ਉੱਥੇ ਲੋਕਾਂ ਦਾ ਜੋ ਨਜ਼ਰੀਆ ਹੈ ਨੇਚਰ ਦੇ ਪ੍ਰਤੀ, ਉਹ ਬਹੁਤ ਜ਼ਿਆਦਾ ਅਵੇਸਲਾਪਣ ਹੈ। ਉਹ 'ਚ ਆਪਾਂ ਕਹਿ ਸਕਦੇ ਹਾਂ ਕਿ ਉਹ ਬਿਲਕੁਲ ਸਹੀ ਨਹੀਂ ਹੈਗਾ। ਸੋ ਅਸੀਂ ਉਹ ਵਾਪਸ, ਸਾਨੂੰ ਉਹ ਚੀਜ਼ ਨੇਚਰ ਵਾਪਸ ਮੋੜ ਰਹੀ ਹੈ। ਤਾਂ ਕਿੰਨਾ ਬੁਰਾ ਹਾਲ ਹੈ ਉਸ ਚੀਜ਼ ਨੂੰ ਕਿ ਅਸੀਂ ਉਹਨਾਂ ਨੂੰ ਕੰਟਰੋਲ ਕਰਨਾ ਮੁਸ਼ਕਿਲ ਹੋ ਗਿਆ ਉਸ ਚੀਜ਼ ਦਾ। ਸੋ ਦੂਸਰੀ ਗੱਲ ਇਹ ਹੁੰਦੀ ਹੈ ਕਿ ਦੇਖੋ, ਆਪਾਂ ਇਮਿਊਨਿਟੀ ਦੀ ਗੱਲ ਕਰਦੇ ਹਾਂ, ਆਪਾਂ ਉੱਥੇ ਗੰਦਗੀ ਦੀ ਗੱਲ ਕਰਦੇ ਹਾਂ, ਆਪਾਂ ਉੱਥੇ ਅਨਹਾਈਜੀਨ ਦੀ ਗੱਲ ਕਰਦੇ ਹੈਗੇ ਆ। ਸੋ ਜੇ ਕੋਈ ਵੀ ਵੇਰੀਐਂਟ ਹੈ ਜਾਂ ਕੋਈ ਵੀ ਵੈਕਸੀਨ ਆਪਣਾ ਵਾਇਰਸ ਹੈ, ਉਹ ਇੰਨਾ ਸਟਰੋਂਗ ਹੋਣਾ ਚਾਹੀਦਾ ਕਿ ਉਹ ਸਭ ਚੀਜ਼ ਨੂੰ ਪਾਰ ਕਰਕੇ ਤੁਹਾਨੂੰ ਪੈਨੀਟ੍ਰੇਟ ਕਰ ਸਕਦਾ ਹੋਵੇ। ਸੋ ਨੈਚੁਰਲ ਗੱਲ ਹੈ ਕਿ ਉੱਥੇ ਬਹੁਤ ਜ਼ਿਆਦਾ ਵੇਰੀਐਂਟ ਜਿਹੜਾ ਹੈ, ਨਵਾਂ ਵੇਰੀਐਂਟ ਆ ਸਕਦਾ ਹੈਗਾ, ਮਿਊਟੈਂਟ ਹੋ ਕੇ ਆ ਸਕਦਾ ਹੈਗਾ ਜੋ ਵੀ ਵਾਇਰਸ ਹੈ। ਸੋ ਇਸ ਕਰਕੇ, ਔਰ ਦੂਸਰੀ ਗੱਲ ਹੈ ਕਿ ਡਿਊ ਟੂ ਦ ਪਾਪੂਲੇਸ਼ਨ ਉੱਥੇ ਮੇਜਰਸ ਨਹੀਂ ਲੈ ਸਕਦੇ ਹੈਗੇ ਆਪਾਂ। ਔਰ ਜਿਹੜੀਆਂ ਸਰਕਾਰਾਂ ਨੇ ਉਹ ਸਹੀ ਤਰੀਕੇ ਨਾਲ ਜਿਹੜਾ ਰੂਟ ਆਫ ਦਾ ਕਾਜ਼ ਨੂੰ ਕਦੇ ਵੀ ਜਾਂਦੀਆਂ ਨਹੀਂ ਹੈਗੀਆਂ। ਹੁਣ ਤੁਸੀਂ ਦੇਖੋ, ਹੁਣ ਜੇ ਤੁਸੀਂ ਆ ਗੱਲ ਕੀਤੀ ਸਰਕਾਰਾਂ ਦੀ, ਜੇ ਹੁਣ ਆਪਾਂ ਭਾਰਤ ਦੀ ਗੱਲ ਕਰੀਏ, ਉੱਥੇ ਲਗਾਤਾਰ ਜਦੋਂ ਸ਼ੁਰੂ ਹੋਈ ਸੀ ਇਸ ਸਾਲ ਦੇ ਸ਼ੁਰੂ ਦੇ ਵਿੱਚ, ਉਦੋਂ ਭਾਰਤ ਦੀ ਕਿਤੇ ਨਾਂ ਨਹੀਂ ਸੀਗਾ ਵੀ ਭਾਰਤ ਦੇ ਵਿੱਚ ਇੰਨੀ ਤੇਜ਼ੀ ਦੇ ਨਾਲ ਫੈਲ ਰਿਹਾ। ਜਦ ਦੀ ਹੁਣ ਦੂਸਰੀ ਵੇਵ ਸ਼ੁਰੂ ਹੋਈ ਹੈ, ਲਗਾਤਾਰ ਭਾਰਤ ਚਰਚਾ ਦੇ ਵਿੱਚ ਹੈ ਵੀ ਭਾਰਤ ਤੋਂ ਜਿਹੜਾ ਇਹ ਕੋਵਿਡ ਹੈ ਉਹ ਆਊਟ ਆਫ ਕੰਟਰੋਲ ਹੋ ਚੁੱਕਾ, ਲੋਕਾਂ ਨੂੰ ਵੈਕਸੀਨ ਨਹੀਂ ਮਿਲ ਰਹੀ। ਹੁਣ ਵੈਕਸੀਨ ਦੇ ਉੱਤੇ ਹੀ ਵੱਖ-ਵੱਖ ਪਾਰਟੀਆਂ ਜਿਹੜੀਆਂ ਸਿਆਸਤ ਕਰ ਰਹੀਆਂ ਨੇ। ਕੋਈ ਕਹਿ ਰਹੀ ਹੈ ਜਿੱਥੇ ਸੱਤਾਧਾਰੀ ਪਾਰਟੀ ਦੀ ਜਿਹੜੀ ਕੇਂਦਰ ਸਰਕਾਰ ਹੈ, ਉੱਥੇ
ਜਿਨ੍ਹਾਂ ਦੀ ਸਰਕਾਰ ਨਹੀਂ ਗੀ, ਉੱਥੇ ਕਹਿ ਰਹੇ ਵੀ ਉਹਦੇ ਨਾਲ ਵਿਤਕਰਾ ਕੀਤਾ ਜਾ ਰਿਹਾ। ਸੋ ਮੇਰੇ ਖਿਆਲ ਇਸ ਤਰ੍ਹਾਂ ਦੀ ਘਾਤਕ ਬਿਮਾਰੀ ਦੇ ਲਈ ਮੇਰੇ ਖਿਆਲ ਸਿਆਸਤ ਨਹੀਂ ਹੋਣੀ ਚਾਹੀਦੀ, ਜੋ ਅੱਜ ਕੱਲ੍ਹ ਭਾਰਤ ਦੇ ਹਾਲਾਤ ਬਣੇ ਹੋਏ ਨੇ। ਦੇਖੋ ਜੀ, ਸਿਆਸਤ ਉੱਥੇ ਹਰ ਚੀਜ਼ ਦੇ ਹੁੰਦੀ ਹੈ। ਜਦ ਵੀ ਕੋਈ ਵਾਰ ਹੋਵੇ, ਜਦ ਵੀ ਕੋਈ ਬਿਮਾਰੀ ਫੈਲੇ, ਕੋਈ ਵੀ ਚੀਜ਼ ਫੈਲੇ, ਕੋਈ ਆਪਦਾ ਆਉਂਦੀ ਹੈ, ਉੱਥੇ ਵੀ ਸਿਆਸਤ ਸਭ ਤੋਂ ਪਹਿਲਾਂ ਉਹਨਾਂ ਨੂੰ ਸੁਝਦੀ ਹੈ ਉਸ ਚੀਜ਼ ਦੀ। ਸੋ ਆਪਾਂ ਉਹਨਾਂ ਨੂੰ ਉੱਥੇ ਜੇ ਆਪਾਂ ਕਹੀਏ ਵੀ ਇੱਕ ਦਿਨ 'ਚ ਉਹ ਠੀਕ ਹੋ ਜਾਏਗਾ, ਬਾਰ-ਬਾਰ ਆਪਾਂ ਰਿਪੀਟ ਕਰਦੇ ਹਾਂ ਉਸ ਗੱਲ ਦੇ ਕਿ ਸਾਡੇ ਮੋਰਲ ਐਥਿਕਸ ਹੋਣੇ ਚਾਹੀਦੇ ਨੇ, ਪੋਲਿਟਿਕਸ ਵਿੱਚ ਸਾਡੇ ਮੋਰਲ ਐਥਿਕਸ ਹੋਣੇ ਨੇ, ਆਮ ਇਨਸਾਨ ਵਿੱਚ ਮੋਰਲ ਐਥਿਕਸ ਹੋਣੇ ਚਾਹੀਦੇ ਨੇ, ਉਹ ਕਿਤੇ ਨਜ਼ਰ ਨਹੀਂ ਆਉਂਦੇ ਹੈਗੇ ਸਿਮਰਤ ਜੀ। ਮੇਰਾ ਖਿਆਲ ਜਿਹੜਾ ਭਾਰਤ ਦੇ ਜਾਂ ਉਹਨਾਂ ਦੇਸ਼ਾਂ ਦੇ ਵਿੱਚ ਕੋਈ ਸਿਆਸਤ ਚਾਹੁੰਦਾ, ਉਹ ਪਹਿਲਾਂ ਮੋਰਲ ਐਥਿਕਸ ਆਪਣੇ ਛਿੱਕੇ ਟੰਗ ਕੇ ਹੀ ਜਾਂਦਾ। ਉਹ ਬਿਲਕੁਲ ਸਹੀ ਗੱਲ ਹੈ, ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ। ਸੋ ਇਸ ਕਰਕੇ ਆਪਾਂ ਜੇ ਗੱਲ ਕਹੀਏ ਵੀ ਉਹ ਇੱਕੋ ਦਿਨ 'ਚ ਠੀਕ ਹੋ ਜਾਊਗਾ, ਪਰ ਮੈਂ ਇੱਕ ਬਾਰ-ਬਾਰ ਇਸ ਚੀਜ਼ ਨੂੰ ਕਰਦਾ ਕਿ ਉਹਨੂੰ ਸੁਧਾਰਨ ਦਾ ਜਿਹੜਾ ਹੈ ਨਾ, ਕਿ ਹਰ ਇਨਸਾਨ खुद अपने आप तो शुरू करेगा तो ज़्यादा बेहतर तरीका होगा, क्योंकि जे अपने आप तो शुरू कर दें, इफ यू टू चेंज द वर्ल्ड यू हैव टू स्टार्ट फ्रॉम योरसेल्फ। बिल्कुल। सो पहला स्टैप होंदा है। सो वो देशों की, और दूसरी गल है कि जो स्टैट्स ने वो कदे भी सही तरीके नाल उत्थों नहीं आते हैं। हाँ जी, दे आर ऑल मैनिपुलेटिव, जो मैं सोचता है, मेरा पर्सनल विचार। बिल्कुल। अच्छा हरकीरत जी, ਆਪਾਂ ਇਸ ਚਰਚਾ ਨੂੰ ਇਸੇ ਤਰ੍ਹਾਂ ਹੀ ਜਾਰੀ ਰੱਖਾਂਗੇ। ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਆ, ਤੁਸੀਂ ਕਿਤੇ ਨਾ ਜਾਇਓ, ਦੇਖਦੇ ਰਹੋ ਸਟਾਰ ਟਾਕ। ਛੋਟੀ ਜਿਹੀ ਬ੍ਰੇਕ, ਉਸ ਤੋਂ ਬਾਅਦ ਫਿਰ ਹਾਜ਼ਰ ਹੋਣੇ ਆ। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਤੁਸੀਂ ਦੇਖ ਰਹੇ ਹੋ ਸਟਾਰ ਟਾਕ, ਮੈਂ ਸਿਮਰਤ ਗਰੇਵਾਲ ਤੇ ਅੱਜ ਸਟੂਡੀਓ ਵਿੱਚ ਹਾਜ਼ਰ ਨੇ ਮੇਰੇ ਨਾਲ ਹਰਕੀਰਤ ਜੀ, ਤੇ ਤੁਹਾਡੇ ਨਾਲ ਗੱਲ ਕਰ ਰਹੇ ਹਾਂ ਖਾਸ ਕਰਕੇ ਜਿਹੜੀ ਕੋਵਿਡ ਦਾ ਇਸ਼ੂ ਹੈ ਲਗਾਤਾਰ ਅਜੇ ਵੀ ਚਰਚਾ ਵਿੱਚ ਬਣਿਆ ਹੋਇਆ। ਅੱਛਾ ਹਰਕੀਰਤ ਜੀ, ਆਪਾਂ ਬ੍ਰੇਕ ਤੋਂ ਪਹਿਲਾਂ ਜਦੋਂ ਗੱਲ ਕਰ ਰਹੇ ਸੀਗੇ ਭਾਰਤ ਦੀ, ਹੁਣ ਭਾਰਤ ਦੇ ਵਿੱਚ ਬਲੈਕ ਫੰਗਸ, ਯੈਲੋ ਫੰਗਸ, ਉਹਨਾਂ ਦੀ ਵੀ ਕਾਫੀ ਚਰਚਾ ਹੋ ਰਹੀ ਹੈ, ਤੇ ਕਿਉਂਕਿ ਕੋਵਿਡ ਆਊਟ ਆਫ ਕੰਟਰੋਲ ਹੈ, ਤੇ ਜਿੰਨੇ ਵੀ ਵੈਸਟਰਨ ਕੰਟਰੀਜ਼ ਨੇ ਜਾਂ ਮਿਡਲ ਈਸਟ ਕੰਟਰੀਜ਼ ਨੇ, ਜਿੱਥੇ ਜਿਹੜੇ ਲੋਕ ਸਮਝਦੇ ਨੇ ਵੀ ਆਪਣੇ ਵਸਿੰਦਿਆਂ ਨੂੰ ਸੁਰੱਖਿਅਤ ਰੱਖਣਾ, ਉਹਨਾਂ ਨੇ ਇਹਨਾਂ ਦੇਸ਼ਾਂ ਤੋਂ ਫਲਾਈਟਸ ਵੀ ਬੰਦ ਕੀਤੀਆਂ ਹੋਈਆਂ। ਹੁਣ ਜੇ ਆਪਾਂ ਕੈਨੇਡਾ ਦੀ ਗੱਲ ਕਰੀਏ ਤਾਂ ਕਾਫੀ ਲੰਬੇ ਸਮੇਂ ਤੋਂ ਜਿਹੜੀਆਂ ਇੰਟਰਨੈਸ਼ਨਲ ਫਲਾਈਟਸ ਬੰਦ ਹੋਈਆਂ ਨੇ, ਜਿਹੜੀਆਂ ਡਾਇਰੈਕਟ ਫਲਾਈਟਸ ਆਉਂਦੀਆਂ ਨੇ ਖਾਸ ਕਰਕੇ ਇੰਡੀਆ ਪਾਕਿਸਤਾਨ ਤੋਂ, ਤਾਂ ਹੁਣ ਬਿਲਕੁਲ ਬੰਦ ਨੇ। ਤੇ ਇੱਥੋਂ ਆਪਾਂ ਸ਼ੁਰੂ ਕਰਦੇ ਹਾਂ ਵੀ ਤੁਹਾਨੂੰ ਕੀ ਲੱਗਦਾ ਵੀ ਕੀ ਨੇੜਲੇ ਭਵਿੱਖ ਵਿੱਚ ਹਾਲਾਤ ਲੱਗਦੇ ਕੋਈ ਸ਼ੁਰੂ ਹੋਣ ਦੇ ਫਲਾਈਟਸ? ਪਹਿਲੀ ਗੱਲ ਤਾਂ ਸਿਮਰਤ ਜੀ ਇਹ ਗੱਲ ਮੈਂ ਜ਼ਰੂਰ ਕਹਿਣਾ ਚਾਹਾਂਗਾ ਕਿ ਹਮੇਸ਼ਾ ਹੀ ਮੈਂ ਗੱਲ ਕਰਦਾ, ਸ਼ਾਇਦ ਕਿਸੇ ਦੇ ਕੰਨਾਂ 'ਤੇ ਗੱਲ ਪੈਂਦੀ ਹੈ, ਨਹੀਂ ਪੈਂਦੀ ਹੈਗੀ, ਕਿ ਕੈਨੇਡਾ ਟਿਊਬਲਾਈਟ ਵਾਂਗੂ ਕੰਮ ਕਰਦੇ ਇੱਥੇ ਦੀ ਪੋਲਿਟਿਕਸ। ਜਦ ਸੱਪ ਨਿਕਲ ਜਾਂਦਾ ਫਿਰ ਇਹ ਉਹਦੀ ਜੋ ਛਾਪ ਨੂੰ ਕੁੱਟਣ ਦੀ ਕੋਸ਼ਿਸ਼ ਕਰਦੇ ਨੇ। ਇਹ ਗੱਲ ਜਿਹੜੀਆਂ ਫਲਾਈਟਸ ਨੇ ਇਹ ਪਿਛਲੇ ਸਾਲ ਹੀ ਬੰਦ ਕੀਤੀਆਂ ਜਾਣੀਆਂ ਚਾਹੀਦੀਆਂ ਸੀ, ਭਾਵੇਂ ਉਸ ਟਾਈਮ ਇੰਨੇ ਸਖਤੀ ਨਾਲ ਨਹੀਂ ਵੀ ਕਰਦੇ, ਤਾਂ ਵੀ ਜਿਹੜੀ ਸਕਰੀਨਿੰਗ ਹੈ ਜਾਂ ਹੋਰ ਕੋਈ ਫਲਾਈਟਸ ਬੰਦ ਕਰ ਦਿੰਦੇ, ਇਨਕਮਿੰਗ ਫਲਾਈਟ ਜਿਹੜੀ ਵੀ ਕੰਟਰੀਜ਼ ਤੋਂ ਬੰਦ ਕਰਦੇ, ਤਾਂ ਸ਼ਾਇਦ ਇਸ ਸਟੇਜ ਤੱਕ ਕੈਨੇਡਾ ਪਹੁੰਚਦਾ ਹੀ ਨਾ ਉਸ ਟਾਈਮ ਤੱਕ। ਸੋ ਅੱਜ ਉਹ ਚੀਜ਼ ਬੰਦ ਕਰਨ ਦਾ ਜਿਹੜਾ ਹੈ, ਠੀਕ ਹੈ ਬੰਦ ਕੀਤੀਆਂ ਨੇ, ਲੇਕਿਨ ਉਹ ਇਹੀ ਗੱਲ ਹੈ ਕਿ ਉਹ ਹੁਣ ਵੇਸਲੇਪਨ ਵਿੱਚ, ਠੀਕ ਹੈ ਜੀ ਸਾਰੇ, ਜੇ UK ਨੇ ਕੀਤੀਆਂ, ਆਸਟ੍ਰੇਲੀਆ ਨੇ ਕਰਤੀਆਂ, ਨਿਊਜ਼ੀਲੈਂਡ ਨੂੰ ਕਰਤੀਆਂ, ਫਿਰ ਉਹਨੂੰ ਸੁਰਤ ਆਉਂਦੀ ਹੈ, ਠੀਕ ਹੈ ਜੀ ਹੁਣ ਅਸੀਂ ਵੀ ਕਰ ਦਈਏ। ਪਹਿਲਾਂ ਕਿਉਂ ਨਹੀਂ ਫਸਟ ਸਟੈਪ ਕਿਉਂ ਨਹੀਂ ਲੈਂਦੇ ਹੈਗੇ? ਇਸ ਚੀਜ਼ ਦੀ ਗੱਲ ਇਹ ਹੈ। ਮੇਰਾ ਖਿਆਲ ਤੁਸੀਂ ਵੀ ਆਪਣੇ ਤੇ ਵਿਚਾਰ ਦਿਓ। ਜੇ ਆਪਾਂ ਗੱਲ ਕਰੀਏ ਇਮੀਗ੍ਰੇਸ਼ਨ ਦੀ, ਤਾਂ ਜਿਹੜੇ ਇਹ ਖਾਸ ਕਰਕੇ ਜੇ ਕੈਨੇਡਾ ਦੀ ਗੱਲ ਕਰੀਏ ਤਾਂ ਬਹੁਤਾ ਜਿਹੜਾ ਇਹ ਦਾਰੋਮਦਾਰ ਹੈ, ਇਹ ਜਿਹੜੀ ਡਿਪੈਂਡੈਂਸੀ ਹੈ ਇਹ ਇਮੀਗ੍ਰਾਂਟਸ ਦੇ ਉੱਪਰ ਕਾਫੀ ਹੈ। ਜੇ ਉਹ ਕਹਿੰਦੇ ਸਟੈਟਸ ਇਹ ਕਹਿੰਦੇ ਨੇ ਵੀ ਜੇ ਵਰਕਫੋਰਸ ਨੂੰ ਚੱਲਦਿਆਂ ਰੱਖਣਾ ਤਾਂ ਇਹਨਾਂ ਨੂੰ ਵੱਡੀ ਗਿਣਤੀ ਦੇ ਵਿੱਚ ਜਿਹੜੀ ਇਮੀਗ੍ਰੇਸ਼ਨ ਦੀ ਲੋੜ ਹੈ। ਹੁਣ ਤੁਸੀਂ ਸਰਕਾਰ ਦੇ, ਕਿਉਂਕਿ ਤੁਸੀਂ ਉਸ ਦੇ ਨਾਲ ਰਿਲੇਟਡ ਵੀ ਹੋ, ਸਰਕਾਰ ਦੇ ਆਪਣੇ ਜਿਹੜੇ ਅੰਕੜੇ ਨੇ ਵੀ ਹਰ ਸਾਲ ਅਸੀਂ ਤਕਰੀਬਨ 4 ਲੱਖ ਇਮੀਗ੍ਰਾਂਟ ਸੱਦਣਾ ਚਾਹੁੰਦੇ ਹਾਂ। ਸੋ ਤੁਹਾਨੂੰ ਕੀ ਲੱਗਦਾ ਵੀ ਜਿਹੜਾ ਇਸ ਨੇ ਇਸ ਚੀਜ਼ 'ਤੇ ਵੀ ਕਾਫੀ ਇਫੈਕਟ ਪਾਇਆ? ਦੇਖੋ ਸਿਮਰਨ ਜੀ, ਇਹ ਚੀਜ਼ ਬਹੁਤ ਵਧੀਆ ਗੱਲ ਹੈ ਕਿ ਠੀਕ ਹੈ ਵੀ ਜੇ ਇਹ ਇਮੀਗ੍ਰੈਂਟ ਸੱਦਦੇ ਨੇ ਜਾਂ ਇਹਨਾਂ ਨੂੰ ਆਪਸ਼ਨ ਨਜ਼ਰ ਆਉਂਦਾ ਹੈ ਕਿ ਅਸੀਂ ਆਪਣੇ ਜਿਹੜੇ ਵੀ ਵਰਕਫੋਰਸ ਨੂੰ ਚਲਾਉਣ ਵਾਸਤੇ ਅਸੀਂ ਇਮੀਗ੍ਰੈਂਟਸ ਨੂੰ ਸੱਦੀਏ। ਲੇਕਿਨ ਇੱਕ ਚੀਜ਼ ਮੈਂ ਇਹਦੇ ਨਾਲ ਜ਼ਰੂਰ ਗੱਲ ਕਰਨੀ ਚਾਹਾਂਗਾ, ਇੱਕ ਕੁਐਸਚਨ ਪੁੱਛਣਾ ਚਾਹੁੰਦਾ ਸਰਕਾਰ ਨੂੰ ਵੀ ਔਰ ਬਾਕੀ ਜਿਹੜੇ ਸਾਡੇ ਪਤਵੰਤੇ ਸੱਜਣ ਜਿਹਨੂੰ ਅਸੀਂ ਇਲੈਕਟ ਕਰਕੇ ਭੇਜਦੇ ਹਾਂ ਨੁਮਾਇੰਦੇ ਉਹਨਾਂ ਨੂੰ। ਹਾਂਜੀ। ਸੋ ਉਹ ਕੀ ਤੁਸੀਂ ਉਸ ਜਿਹੜਾ ਵੀ ਆਪਾਂ ਸੱਦਦੇ ਹਾਂ ਕਿ ਉਹਨਾਂ ਵਾਸਤੇ ਕੋਈ ਜਿਹੜੀ ਪਾਲਿਸੀਜ਼ ਨੇ ਉਹਨਾਂ ਨੂੰ ਰਿਹੈਬਿਲਿਟੇਟ ਕਰਨ ਦੀਆਂ, ਇੱਥੇ ਆ ਕੇ ਵਸਾਉਣ ਦੀਆਂ ਪਾਲਿਸੀਜ਼ ਲੈ ਕੇ ਆਉਂਦੇ ਆ ਕਿ ਨਹੀਂ ਲੈ ਕੇ ਆਉਂਦੇ ਹੈਗੇ, ਕਿ ਉਹ ਸਟਰਕਚਰ ਨੂੰ ਡਿਵੈਲਪ ਹੁੰਦਾ ਕਿ ਨਹੀਂ ਹੁੰਦਾ ਹੈਗਾ। ਹੁਣ ਸਪੋਜ਼ ਆਪਾਂ ਸਟੂਡੈਂਟ ਦੀ ਗੱਲ ਕਰੀਏ ਕਿ ਜਿਹੜੇ ਸਟੂਡੈਂਟਸ ਆ ਰਹੇ ਨੇ, ਸਪੋਜ਼ ਕੋਈ ਕਾਲਜ ਹੈ, ਕਿ ਅੱਜ ਤੋਂ ਆਪਾਂ ਗੱਲ ਕਰੀਏ ਜਿਹੜੀਆਂ ਕੈਨੇਡਾ ਦੀਆਂ ਲੋਕਲ ਯੂਨੀਵਰਸਿਟੀਜ਼ ਨੇ, ਚਾਹੇ ਉਹ ਲੰਡਨ ਯੂਨੀਵਰਸਿਟੀ ਹੈ, ਗਲਫ ਹੈ, ਵੈਸਟਰਨ ਹੈ, ਕੁਈਨਜ਼ ਹੈ, ਇੱਥੇ ਵੀ ਮਰਜ਼ੀ ਯੂਨੀਵਰਸਿਟੀਜ਼ ਹੈ ਨੇ, ਉਹਨਾਂ ਦੇ ਨਾਲ ਇੱਕ ਅਫੋਰਡੇਬਲ ਰੈਜ਼ੀਡੈਂਸਸ ਜ਼ਰੂਰ ਕ੍ਰੀਏਟ ਕੀਤੇ ਗਏ ਨੇ, ਉਹ ਸਾਰੇ ਗਏ ਨੇ, ਤਾਂ ਕਿ ਜਿਹੜੇ ਵੀ ਸਟੂਡੈਂਟਸ ਜਾਣ ਉਹਨਾਂ ਨੂੰ ਕਦੇ ਵੀ ਰਹਿਣ ਦੀ ਪ੍ਰੋਬਲਮ ਨਾ ਆਵੇ, ਖਾਣ ਦੀ ਪ੍ਰੋਬਲਮ ਨਾ ਆਵੇ, ਬੋਰਡਿੰਗ ਐਂਡ ਲੌਜਿੰਗ ਦੀ ਕੋਈ ਪ੍ਰੋਬਲਮ ਨਾ ਆਵੇ। ਹਾਂਜੀ। ਲੇਕਿਨ ਕੀ ਇਹ ਸੋਚਿਆ ਗਿਆ ਕਿਤੇ ਵੀ ਕਿ ਜਿੰਨੇ ਵੀ ਓਨਟਾਰੀਓ ਵਿੱਚ ਜਿਹੜੇ ਵੀ ਕਾਲਜਸ ਹੈ ਨੇ ਉਹਨਾਂ ਦੇ ਨੇੜੇ ਅਫੋਰਡੇਬਲ ਅਕੋਮੋਡੇਸ਼ਨਸ, ਹੋਸਟਲਸ, ਇੱਦਾਂ ਦੀ ਕੋਈ ਚੀਜ਼ ਉਹ ਸਾਰੀ ਕੀਤੀ ਗਈ ਹੈ? ਉਹਦੇ ਬਾਰੇ ਕੋਈ ਪਾਲਿਸੀ ਸਰਕਾਰ ਨੇ ਬਣਾਈ ਹੈ? ਕਦੇ ਨਹੀਂ ਬਣਾਈ ਹੈਗੀ ਹੈ।
ਉਹਨਾਂ ਦਾ ਕੰਮ ਸਿਰਫ ਇਹ ਹੈ ਕਿ ਠੀਕ ਹੈ ਅਸੀਂ ਜੋ ਇੰਟਰਨੈਸ਼ਨਲੀ ਦਿਖਾਣਾ ਹੈਗਾ ਕਿ ਜੀ, ਜਾਂ ਅਸੀਂ ਆਮ ਲੋਕਾਂ ਨੂੰ ਦਿਖਾਣਾ ਕਿ ਨਹੀਂ ਜੀ ਸਾਡੀ ਇਹ ਪਾਲਿਸੀ ਹੈਗੀ ਕਿ ਅਸੀਂ 4 ਲੱਖ ਅਸੀਂ ਇਮੀਗ੍ਰੈਂਟਸ ਲੈ ਕੇ ਆ ਰਹੇ ਹਾਂ, ਕਿ ਉਹਨਾਂ ਨੂੰ ਇੱਥੇ ਵਸਾਉਣਾ, ਉਹਨਾਂ ਦੀ ਅਕਮੋਡੇਸ਼ਨ, ਉਹਨਾਂ ਦਾ ਬਾਕੀ ਸਭ ਚੀਜ਼ਾਂ ਦੇ ਬਾਰੇ ਕਦੇ ਵੀ ਕੋਈ ਪਾਲਿਸੀ ਆਈ ਹੈ? ਮੈਨੂੰ ਤਾਂ ਨਜ਼ਰ ਨਹੀਂ ਆ ਰਹੀ ਕਿਤੇ ਵੀ ਉਸ ਚੀਜ਼ ਦੀ, ਕਿਤੇ ਵੀ। ਬਹੁਤ ਵੱਡੀ ਘਾਟ ਹੈ ਉਸ ਚੀਜ਼ ਦੀ। ਸੋ ਉਸ ਘਾਟ ਦੇ ਨਾਲ ਬਾਕੀ ਕਿੰਨਾ ਕਿਓਸ ਪੈਦਾ ਹੋ ਰਿਹਾ ਹੈਗਾ ਉਹ ਵੀ ਨਹੀਂ ਲੋਕਾਂ ਨੂੰ ਸਮਝ ਆ ਰਿਹਾ ਹੈਗਾ ਉਸ ਚੀਜ਼ ਦਾ। ਮੈਂ ਸਿੰਪਲ ਇੱਕ ਗੱਲ ਕਰਦਾ ਹੈਗਾ, ਇੱਕ ਸ਼ਹਿਰ ਹੈ, ਸਪੋਜ਼ ਇੱਕ ਸ਼ਹਿਰ ਦਾ ਜਿਹੜਾ ਹੈ ਉਹ ਸ਼ਹਿਰ 'ਚ 3 ਲੱਖ ਲੋਕ ਰਹਿੰਦੇ ਨੇ, ਠੀਕ ਹੈ ਨਾ, ਲੇਕਿਨ ਜਦ ਉਸ ਦੀ ਸਾਰੀਆਂ ਬੇਸਮੈਂਟਾਂ ਦੇ ਵਿੱਚ 4-4 5-5 6-6 8-8 ਬੰਦੇ ਰਹਿ ਰਹੇ ਨੇ ਤਾਂ ਉਹਦੀ ਐਕਚੁਅਲ ਪਾਪੂਲੇਸ਼ਨ ਕੀ ਹੋਏਗੀ? ਤਾਂ ਜਿਹੜੀਆਂ ਐਕਚੁਅਲ ਪਾਪੂਲੇਸ਼ਨ ਦੇ ਨਾਲ ਜਿਹੜਾ ਹੋਏਗਾ ਕਿ ਉਹਦੀਆਂ ਜਿਹੜੀਆਂ ਐਮਿਨਿਟੀਜ਼ ਨੇ, ਸਰਕਾਰੀ ਐਮਿਨਿਟੀਜ਼ ਨੇ, ਉਹ ਉਹਨਾਂ ਦੇ ਕੀ ਹਾਲਾਤ ਹੋਣਗੀਆਂ? ਇਹ ਬੜੀ ਵੱਡੀ ਪ੍ਰੋਬਲਮ ਹੈ ਹਰਕੀਰਤ ਜੀ। ਜਾਂ ਆਲੇ ਦੁਆਲੇ ਦੇ ਆਪਣੇ ਸ਼ਹਿਰਾਂ ਵਿੱਚ ਹੀ ਦੇਖੀਏ, ਜਿਹੜੀ ਲੋਕਲ ਮਿਊਨਿਸਪਲ ਸਰਕਾਰ ਹੈ ਉਹ ਇਹ ਚੀਜ਼ ਨੂੰ ਲਗਾਤਾਰ ਇਹਦੇ ਤੇ ਗੱਲ ਕਰ ਰਹੀ ਹੈ ਵੀ ਜਦੋਂ ਅਸੀਂ ਇਨਫਰਾਸਟ੍ਰਕਚਰ ਦੀ ਸ਼ੁਰੂਆਤ ਗੱਲ ਕਰਦੇ ਕਿਤੇ ਨਵੀਂ ਸਬ ਡਿਵੀਜ਼ਨ ਬਣਦੀ ਹੈ, ਜੋ ਅਸੀਂ ਗਿਣਤੀ ਮਿਣਤੀ ਕਰਦੇ ਹਾਂ ਉਸ ਤੋਂ ਕਿਤੇ ਵੱਧ ਉੱਥੇ ਦੇ ਜਿਹੜੇ ਆਬਾਦੀ ਨਿਕਲਦੀ ਹੈ। ਹਾਂ, ਕਿਉਂਕਿ ਜੋ ਇਨਫੋਰਮੇਸ਼ਨ ਹੈ ਇਹ ਤਾਂ ਫਿਰ ਉਹੀ ਆਪਾਂ ਥਰਡ ਵਰਲਡ ਕੰਟਰੀ ਵਾਲੀ ਗੱਲ ਕਰੇ ਨਾ ਕਿ ਸਾਡੇ ਸਟੈਟਸ ਵੀ ਸਾਡੇ ਸਹੀ ਨਹੀਂ ਨਿਕਲ ਰਹੇ ਹੈਗੇ। ਸੋ ਇਹ ਮੈਂ ਸਾਰੇ ਚੀਜ਼ ਇਸ ਕਰਕੇ ਜੋੜ ਰਿਹਾ ਕਿਉਂਕਿ ਜੇ ਅੱਜ ਅਸੀਂ ਕੋਵਿਡ ਨੂੰ ਲੜਨਾ, ਉਹਦੇ ਨਾਲ ਲੜਨਾ, ਤਾਂ ਸਾਰੀਆਂ ਚੀਜ਼ਾਂ ਇਹ ਵੀ ਦੇਖਣੀਆਂ ਪੈਣੀਆਂ ਨੇ। ਬਿਲਕੁਲ। ਹੁਣ ਜਿਹੜਾ ਲੇਟੈਸਟ ਸਟੈਟਸ ਆ ਰਹੇ ਨੇ ਕਿ ਜਿੰਨੇ ਵੀ ਇਨਫੈਕਟਡ ਹੋ ਰਹੇ ਨੇ ਉਹ ਅਰਾਊਂਡ 18 ਤੋਂ 30 ਸਾਲ ਦੇ ਵਿੱਚ ਬਹੁਤ ਜ਼ਿਆਦਾ ਇਫੈਕਟ ਹੋ ਰਹੇ ਨੇ। ਹਾਂਜੀ, ਕਿਉਂਕਿ ਉਹਨਾਂ ਨੂੰ ਲੱਗਦਾ ਕਿ ਸਾਡੀ ਇਮਿਊਨਿਟੀ ਬਹੁਤ ਜ਼ਿਆਦਾ ਸਟਰੋਂਗ ਹੈ, ਲੇਕਿਨ ਸਰਕਾਰ ਵੀ ਉਸ ਚੀਜ਼ ਨੂੰ ਅਣਦੇਖਾ ਕਰ ਰਹੀ ਹੈ ਕਿ ਠੀਕ ਹੈ ਜੀ, ਜਦ ਉਹਨਾਂ ਨੂੰ ਪਤਾ ਹੀ ਨਹੀਂ ਹੈ ਕਿ ਐਕਚੁਅਲ ਫਿਗਰਸ ਕੀ ਨੇ, ਜਦੋਂ ਫਿਗਰਸ ਨਹੀਂ ਪਤਾ ਉਹ ਪਾਲਿਸੀ ਕਿੱਦਾਂ ਬਣਾਉਣਗੇ। ਸੋ ਅਸੀਂ ਅੱਖਾਂ ਬੰਦ ਕਰਕੇ ਨਾ ਬੈਠੀਏ, ਫਿਰ ਅਸੀਂ ਤਾਂ ਉਹੀ ਗੱਲ ਕਰ ਰਹੇ ਹਾਂ ਕਿ ਜੇ ਅਸੀਂ ਬਾਕੀ ਜਿਹੜੇ ਵੀ ਥਰਡ ਵਰਲਡ ਕੰਟਰੀਜ਼, ਜੇ ਬਾਰ-ਬਾਰ ਮੈਂ ਥਰਡ ਵਰਲਡ ਕੰਟਰੀਜ਼ ਨਾਲ ਇਸ ਕਰਕੇ ਲੈ ਰਿਹਾ ਕਿ ਅਸੀਂ ਜੋ ਚੀਜ਼ ਛੱਡ ਕੇ ਆਏ ਅਸੀਂ ਉਹੀ ਦੇਖਣ ਨੂੰ ਮਿਲ ਰਿਹਾ ਸਾਨੂੰ ਸਾਹਮਣੇ। ਉਸ ਬਈ ਤੁਸੀਂ ਇਸ ਫੀਲਡ ਦੇ ਵਿੱਚ ਹੋ ਇੰਨਾ ਟਾਈਮ ਦੇ ਉੱਪਰ, ਤੁਸੀਂ ਇੰਨਾ ਪ੍ਰਿੰਟ ਮੀਡੀਆ ਔਰ ਵਿਜ਼ੂਅਲ ਮੀਡੀਆ ਵਿੱਚ ਤੁਸੀਂ ਹੋ, ਤਾਂ ਤੁਸੀਂ ਵੀ ਚੇਂਜਸ ਦੇਖੇ ਹੋਣਗੀਆਂ ਸਭ ਚੀਜ਼ ਦੀਆਂ, ਇਸ ਚੀਜ਼ ਦੀਆਂ। ਬਿਲਕੁਲ ਜੀ, ਪਿਛਲੇ ਲੰਬੇ ਸਮੇਂ ਤੋਂ ਇਹ ਚੀਜ਼ ਦੇ ਦੇਖਣ ਦੇ ਵਿੱਚ ਆਈਆਂ। ਜੋ ਪਹਿਲਾ ਮਾਹੌਲ ਸੀ ਲਗਾਤਾਰ ਉਹਦੇ ਵਿੱਚ ਜਿਹੜਾ ਗਿਰਾਵਟ ਆ ਰਹੀ ਹੈ। ਹਾਲਾਂਕਿ ਆਪਾਂ ਨੂੰ ਇਹ ਤਵੱਕੋ ਹੁੰਦੀ ਹੈ ਵੀ ਇਹਦੇ ਵਿੱਚ ਸੁਧਾਰ ਹੋਵੇ, ਪਰ ਸੁਧਾਰ ਦੀ ਕਿਤੇ ਕੋਈ ਗੱਲਬਾਤ ਦਿਸ ਨਹੀਂ ਰਹੀ। ਲਗਾਤਾਰ ਇਹਨਾਂ ਚੀਜ਼ਾਂ 'ਚ ਗਿਰਾਵਟ ਆ ਰਹੀ ਹੈ। ਮੈਨੂੰ ਲੱਗਦਾ ਕਿਤੇ ਨਾ ਕਿਤੇ ਜਿਹੜੇ ਸਿਆਸਤਦਾਨ ਨੇ ਹਰ ਦੇਸ਼ ਦੇ ਵਿੱਚ ਇੱਕੋ ਜਿਹੇ ਨੇ, ਉਹ ਕਈ ਵਾਰੀ ਲੋਕਾਂ ਦੀਆਂ ਜਿਹੜੀਆਂ ਖੁਸ਼ਹਾਲ ਜ਼ਿੰਦਗੀ ਦੇ ਉੱਪਰ ਜਿਹੜੀ ਆਪਣੀ ਵੋਟ ਰਾਜਨੀਤੀ ਨੂੰ ਜ਼ਿਆਦਾ ਅਹਿਮੀਅਤ ਦਿੰਦੇ ਨੇ। ਪਰ ਲੌਂਗ ਟਰਮ ਦੇਖਿਆ ਜਾਵੇ ਤਾਂ ਲੌਂਗ ਟਰਮ ਤਾਂ ਬਹੁਤ ਡੇਂਜਰਸ ਹੈ ਚੀਜ਼ ਹੈ ਇਹ। ਅੱਜ ਆਪਾਂ ਸ਼ਾਰਟ ਟਰਮ ਲੈ ਕੇ ਗੱਲ ਕਰ ਰਹੇ ਹਾਂ, ਅੱਜ ਦਾ ਆਪਾਂ ਫਾਇਦਾ ਦੇਖ ਰਹੇ ਹਾਂ, ਪਰ ਕੀ ਅਸੀਂ ਆਉਣ ਵਾਲੇ ਟਾਈਮ ਵਿੱਚ ਇਹਨੂੰ ਅਸੀਂ ਸਸਟੇਨ ਕਰ ਪਾਵਾਂਗੇ ਇਸ ਚੀਜ਼ ਨੂੰ, ਸੇਮ ਪੋਲਿਟਿਕਸ ਨੂੰ, ਸੇਮ ਟੈਕਟਿਕਸ ਜੋ ਇਹ ਵਰਤ ਰਹੇ ਨੇ? ਹੁਣ ਪੋਲਿਟਿਕਸ ਦੀ ਗੱਲ ਹੀ ਦੇਖੋ ਜੀ। ਹੁਣ ਜਿਹੜਾ ਇੱਥੇ ਦੀ ਆਪਾਂ ਜੇ ਗੱਲ ਕਰੀਏ ਕੈਨੇਡਾ ਵਿੱਚ, ਖਾਸ ਕਰ ਜੇ ਅੰਟਾਰੀਓ ਦੀ ਗੱਲ ਕਰੀਏ, ਤੇ ਹੁਣ ਇਸ ਸਾਲ ਦਾ ਜਿਹੜਾ ਸਿੱਖਿਅਤ ਜਿਹੜਾ ਵਰ੍ਹਾ ਖਤਮ ਹੋ ਰਿਹਾ, ਲੋਕਾਂ ਜਿਹੜੇ ਬੱਚਿਆਂ ਦੀ ਪੜ੍ਹਾਈ ਦਾ ਜੂਨ ਦਾ ਮਹੀਨਾ ਰਹਿ ਗਿਆ, ਤੇ ਇਹਦੇ ਤੇ ਕਾਫੀ ਜਿਹੜੀ ਸਿਆਸਤ ਦੀ ਸ਼ੁਰੂਆਤ ਦੇ ਵਿੱਚ ਚੱਲ ਪਈ ਸੀ ਵੀ ਜੂਨ ਦੇ ਵਿੱਚ ਹੀ ਸਕੂਲ ਖੋਲ੍ਹਣੇ। ਹਾਲਾਂਕਿ ਸਾਰਿਆਂ ਨੂੰ ਵੈਕਸੀਨੇਸ਼ਨ ਵੀ ਨਹੀਂ ਦਿੱਤੀ ਗਈ ਸੀ। ਹਾਂ, ਤੇ ਇਹਦਾ ਕੋਈ ਲੌਜਿਕ ਹੀ ਨਹੀਂ ਬਣਦਾ ਸੀ। ਜੇ ਅਸੀਂ 15 ਦਿਨ ਵਾਸਤੇ ਸਕੂਲ ਖੋਲ੍ਹਣੇ ਨੇ, ਕਿਉਂਕਿ ਜਦ ਨਵਾਂ ਸੈਸ਼ਨ ਸ਼ੁਰੂ ਹੋਏਗਾ ਸਪਟੈਂਬਰ ਦੇ ਵਿੱਚ, ਉਸ ਸਮੇਂ ਸਕੂਲ ਖੋਲ੍ਹਣੇ ਚਾਹੀਦੇ ਨੇ। ਹਾਂਜੀ, ਤਾਂ ਕਿ ਐਟਲੀਸਟ 2 ਮਹੀਨੇ ਵਿੱਚ ਜਿਹੜਾ ਮੌਕਾ ਮਿਲਦਾ ਕਿ ਜਿਹੜੇ ਸਾਰੀ ਵੈਕਸੀਨ ਵੀ ਪੂਰਾ ਹੋ ਜਾਂਦਾ ਔਰ ਬੱਚਿਆਂ ਨੂੰ ਵੀ ਪਤਾ ਲੱਗਦਾ ਕਿ ਠੀਕ ਹੈ ਅਸੀਂ ਦੁਬਾਰਾ ਸਕੂਲ ਜਾਣਾ, ਉਹ ਮਾਂ ਤਿਆਰੀ ਕਰਦੇ ਉਸ ਚੀਜ਼ ਦੀ। ਨਾਲੇ ਜੋ ਸਰਕਾਰ ਕਹਿ ਰਹੀ ਹੈ ਵੀ ਅਸੀਂ ਸਤੰਬਰ ਤੱਕ ਸਾਰਿਆਂ ਨੂੰ ਵੈਕਸੀਨੇਸ਼ਨ ਦੇ ਦੇਣੀ ਹੈ, ਨਾਲੇ ਉਸ ਚੀਜ਼ ਦਾ ਪਤਾ ਲੱਗ ਜਾਂਦਾ ਵੀ ਕਿਉਂਕਿ ਸਤੰਬਰ 'ਚ ਸਕੂਲ ਖੁੱਲ੍ਹਣੇ ਆ, ਵੀ ਕੀ ਸਰਕਾਰ ਆਪਣਾ ਟੀਚਾ ਪੂਰਾ ਕਰ ਸਕੀ ਹੈ। ਸਿਮਰਨ ਜੀ, ਆਪਾਂ ਸ਼ਾਇਦ ਪਹਿਲਾਂ ਵੀ ਇਹ ਗੱਲ ਕਰ ਰਹੇ ਸੀ ਕਿ ਜਿਹੜਾ ਇਹਦਾ ਐਸਿਡ ਟੈਸਟ ਹੋਣਾ ਨਾ, ਉਹ ਸਤੰਬਰ ਦੇ ਵਿੱਚ ਹੋਣਾ। ਆਪਾਂ ਨੂੰ ਇਹ ਵੀ ਪਤਾ ਲੱਗ ਜਾਣਾ ਕਿ ਕੋਵਿਡ ਦਾ ਜਿਹੜਾ ਨੈਕਸਟ ਸਟੈਪ ਉਹ ਸਰਕਾਰ ਦਾ ਕੀ ਹੋਊਗਾ ਤੇ ਉਧਰੋਂ ਵਾਇਰਸ ਦਾ ਕੀ ਹੋਏਗਾ। ਬਿਲਕੁਲ ਠੀਕ ਹੈ। ਸੋ ਇਹ ਚੀਜ਼ ਅੱਜ ਜਿਹੜੇ ਆਉਣ ਵਾਲੇ 2 ਮਹੀਨੇ ਨੇ ਖਾਸ ਕਰਕੇ ਬੜੇ ਕ੍ਰੂਸ਼ੀਅਲ ਨੇ, ਕਿਉਂਕਿ ਜਦ ਅਗਸਤ ਸਤੰਬਰ ਦੇ ਵਿੱਚ ਦੁਆਰਾ ਸਕੂਲ ਖੁੱਲ੍ਹਣੇ ਨੇ, ਬਾਕੀ ਸਾਰਾ ਕੁਝ ਖੁੱਲ੍ਹ ਜਾਣਾ, ਔਰ ਫਿਰ ਜਿਹੜਾ ਦੁਆਰਾ ਫਲੂ ਦਾ ਮੌਸਮ ਆਉਣਾ ਹੈਗਾ, ਉਸ ਟਾਈਮ ਇਹ ਚੀਜ਼ ਦਾ ਆਪਾਂ ਨੂੰ ਟੈਸਟ ਹੋਏਗਾ ਕਿ ਕਿੱਧਰ ਨੂੰ ਜਾਂਦੀ ਹੈ, ਕਿ ਆਹ ਸਾਲ ਜਿਹੜਾ ਹੈ ਇਹਦੀਆਂ ਕੀ ਪਾਲਿਸੀਜ਼, ਕਿੰਨਾ ਕੁ ਇਫੈਕਟਿਵ ਹੈ ਵੈਕਸੀਨ ਇਹਦੇ ਖਿਲਾਫ, ਔਰ ਕਿੰਨੀਆਂ ਕੁ ਪਾਲਿਸੀਜ਼ ਜਿਹੜੇ ਇਹਦੇ ਇਫੈਕਟਿਵ ਹੈ ਨੇ, ਜਾਂ ਹੋਰ ਬਾਕੀ ਬਹੁਤ ਚੀਜ਼ਾਂ ਦਾ ਜਿਹੜਾ ਹੈ ਉਹ ਸਾਨੂੰ ਉਸ ਟਾਈਮ ਜਿਹੜਾ ਸਿਨੈਰੀਓ ਹੈ ਕਲੀਅਰ ਹੋ ਜਾਏਗਾ ਉਸ ਚੀਜ਼ ਦਾ। ਬਿਲਕੁਲ ਜੀ ਹਰਕਿਰਤ ਜੀ, ਅੱਜ ਦੀ ਚਰਚਾ ਵਿੱਚ ਸ਼ਾਮਲ ਹੋਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਸਿਮਰਤ ਜੀ। ਅਗਲੇ ਹਫਤੇ ਫਿਰ ਤੁਹਾਡੇ ਲਈ ਲੈ ਕੇ ਹਾਜ਼ਰ ਹੋਵਾਂਗੇ ਸਟਾਰ ਟਾਕ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।